ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ੇਰੀ ਸਵਾਗਤ ਕਰਦੀ ਹਾਂ। ਬੁਲੇਟਿਨ ਦਾ ਆਗਾਜ਼ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਮਹਿੰਗਾਈ ਦਰ ਨੇ ਕਈ ਫੂਡ ਬੈਂਕਾਂ ਦੇ ਹੱਥ ਕਰਵਾਏ ਖੜੇ। ਕੌਮਾਂਤਰੀ ਵਿਦਿਆਰਥੀ ਕਿਵੇਂ ਪੂਰਾ ਕਰਨ ਬਿਨਾਂ ਫੂਡ ਦੇ ਗੁਜ਼ਾਰਾ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਮੰਕੀਪੌਕਸ ਤੋਂ ਸਾਵਧਾਨ ਰਹਿਣ ਲਈ ਯਾਤਰੀਆਂ ਨੂੰ ਦਿੱਤੀਆਂ ਹਦਾਇਤਾਂ। ਟਰੈਵਲ ਹੈਲਥ ਨੋਟਿਸ ਯਾਤਰੀਆਂ ਨੂੰ ਜਾਰੀ। ਪੀਣ ਦੇ ਸ਼ੌਕੀਨ ਹੁਣ ਸਿਟੀ ਦੇ 6 ਖੁੱਲੇ ਪਲਾਜ਼ਾ 'ਚ ਪੀ ਸਕਣਗੇ ਸ਼ਰਾਬ। ਵੈਨਕੂਵਰ ਸਿਟੀ ਕੌਂਸਲ ਨੇ ਪਬਲਿਕ ਡਰਿੰਕਿੰਗ ਪ੍ਰੋਗਰਾਮ ਕੀਤਾ ਅਪਰੂਵ। ਜਿੱਥੇ ਖਬਰਾਂ ਵਿਸਥਾਰ ਦੇ ਨਾਲ। ਫੂਡ ਬੈਂਕਾਂ ਦੇ ਉੱਤੇ ਇਸ ਵੇਲੇ ਬਹੁਤ ਸਾਰੇ ਜਿਹੜੇ ਕੈਨੇਡੀਅਨ ਨੇ ਉਹ ਨਿਰਭਰ ਕਰਦੇ ਨੇ। ਬਹੁਤ ਸਾਰੇ ਲੋਕ ਅਜਿਹੇ ਨੇ ਜੋ ਗੁਰਦੁਆਰਾ ਸਾਹਿਬਾਨਾਂ ਜਾਂ ਫਿਰ ਫੂਡ ਬੈਂਕਾਂ ਤੋਂ ਹੀ ਆਪਣਾ ਭੋਜਨ ਲੈ ਕੇ ਗੁਜ਼ਾਰਾ ਕਰ ਰਹੇ ਨੇ। ਜੋ ਹਾਲਾਤ ਇਸ ਵੇਲੇ ਕੈਨੇਡਾ ਦੇ ਬਣੇ ਹੋਏ ਨੇ, ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। ਅਜਿਹੇ ਦੇ ਵਿੱਚ ਵੱਡੀ ਗਿਣਤੀ ਕੌਮਾਂਤਰੀ ਵਿਦਿਆਰਥੀਆਂ ਦੀ ਵੀ ਹੈ, ਜਿਹੜੇ ਕਿ ਆਪਣੀ ਤਿੰਨੋਂ ਵਕਤ ਦੀ ਜਿਹੜੀ ਰੋਟੀ ਹੈ ਉਹ ਫੂਡ ਬੈਂਕਾਂ ਦੇ ਸਹਾਰੇ ਪੂਰੀ ਕਰਦੇ ਨੇ। ਪਰ ਇਸ ਵੇਲੇ ਫੂਡ ਬੈਂਕਾਂ ਦੇ ਕੋਲ ਵੀ ਸਪਲਾਈ ਢਿੱਲੀ ਆ ਰਹੀ ਹੈ, ਕਿਉਂਕਿ ਮਹਿੰਗਾਈ ਦਰ ਜਿੰਨੀ ਜ਼ਿਆਦਾ ਉੱਚੀ ਜਾ ਰਹੀ ਹੈ, ਲੋਕ ਓਨਾ ਹੀ ਫੂਡ ਬੈਂਕਾਂ ਤੱਕ ਵੀ ਸਮਾਨ ਘੱਟ ਪਹੁੰਚਾ ਰਹੇ ਨੇ, ਜਿਸ ਕਰਕੇ ਫੂਡ ਬੈਂਕ ਵੀ ਦੁਹਾਈ ਦੇ ਰਹੇ ਨੇ। ਆਓ ਦੇਖਦੇ ਹਾਂ ਇਸ ਤੇ ਇੱਕ ਰਿਪੋਰਟ। ਕਹਿੰਦੇ ਨੇ ਖਾਓ ਮਨ ਭਾਉਂਦਾ ਤੇ ਪਾਓ ਜੱਗ ਭਾਉਂਦਾ, ਪਰ ਕੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਮਨ ਭਾਉਂਦਾ ਖਾ ਰਹੇ ਹਾਂ? ਇਹੀ ਸਵਾਲ ਇਸ ਵੇਲੇ ਉਹਨਾਂ ਸਾਰੇ ਕੈਨੇਡੀਅਨਸ ਦੀ ਖੁਰਾਕ ਤੇ ਖੜਾ ਹੈ ਜੋ ਇਸ ਵੇਲੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਨੇ। 5 ਵਿੱਚੋਂ ਹਰ ਇੱਕ ਕੈਨੇਡੀਅਨ ਭੁੱਖਾ ਰਹਿ ਰਿਹਾ ਹੈ। ਫੂਡ ਬੈਂਕਾਂ ਦੇ ਸਰਵੇ ਦੇ ਮੁਤਾਬਕ ਇਹ ਰਿਪੋਰਟ ਸਾਹਮਣੇ ਆਈ ਹੈ। ਇਸ ਵੇਲੇ ਫੂਡ ਬੈਂਕਾਂ ਦੇ ਮੂਹਰੇ ਵੀ ਇੱਕ ਵੱਡੀ ਚੁਣੌਤੀ ਮੰਡਰਾ ਰਹੀ ਹੈ। ਬਿਲਕੁਲ, ਅਜੇ ਤੱਕ ਅਸੀਂ ਕੋਈ ਕਟੌਤੀ ਨਹੀਂ ਕੀਤੀ ਇਹਦੇ ਵਿੱਚ ਜੀ, ਕਿਉਂਕਿ ਮੈਨੂੰ ਲੱਗਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਦਰ ਐਸਾ ਵਾ, ਇੱਥੇ ਕਦੇ ਕਮੀ ਆਉਂਦੀ ਨਹੀਂ। ਅਜੇ ਤੱਕ ਸਾਡੇ ਕੋਲ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਈ। ਪਰ ਜਿਸ ਤਰੀਕੇ ਦੇ ਨਾਲ ਸਪਲਾਈ ਪਿੱਛੋਂ ਘਟ ਰਹੀ ਆ, ਲੋਕਾਂ ਦੀ ਡੋਨੇਸ਼ਨ ਘਟ ਰਹੀ ਆ, ਔਰ ਜਿਹੜੇ ਲੈਣ ਵਾਲੇ ਆ ਉਹਨਾਂ ਦੀ ਗਿਣਤੀ ਵੱਧ ਰਹੀ ਆ, ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਪ੍ਰੋਬਲਮ ਆਵੇ। ਪਰ ਅਜੇ ਤੱਕ ਇਹਦੀ ਕੋਈ ਪ੍ਰੋਬਲਮ ਨਹੀਂ ਕਿ ਅਸੀਂ ਜਿਵੇਂ ਦੀ ਗਰੋਸਰੀਜ਼ ਦੀ ਸਪਲਾਈ ਸਾਡੀ ਚੱਲ ਰਹੀ ਸੀ ਉਵੇਂ ਹੀ ਚੱਲ ਰਹੀ ਆ ਜਿਵੇਂ ਪਹਿਲਾਂ ਚੱਲਦੀ ਸੀਗੀ। ਔਰ ਇਹ ਗੱਲ ਸੱਚ ਆ ਵੀ ਬਾਹਰਲੀਆਂ ਜਿਹੜੀਆਂ ਫੂਡ ਬੈਂਕਾਂ ਨੇ ਉਹਨਾਂ ਦੇ ਵਿੱਚ ਪੰਜਾਬੀ ਗਰੋਸਰੀ ਨਹੀਂ ਮਿਲਦੀ। ਪੰਜਾਬੀ ਗਰੋਸਰੀ ਲੈਣ ਵਾਸਤੇ ਸਿਰਫ ਇੱਥੇ ਹੀ ਆਉਣਾ ਪੈਂਦਾ। ਉਹਦੇ ਨਾਲ ਜਿਹੜੇ ਪੰਜਾਬੀ ਗਰੋਸਰੀ ਤੋਂ ਬਿਨਾਂ ਜਿਹੜੇ ਵੈਸਟਰਨ ਕਲਚਰ ਦੇ ਲੋਕ ਆ, ਜਿਹੜੇ ਦੂਸਰਾ ਖਾਣਾ ਖਾਂਦੇ ਆ, ਉਹ ਵੀ ਉਨੀ ਗਿਣਤੀ 'ਚ ਸਾਡੇ ਕੋਲ ਆ ਰਹੇ ਆ, ਕਿਉਂਕਿ ਗੌਰਮੈਂਟ ਦੀ ਜਿਹੜੀਆਂ ਹੈਲਪਲਾਈਨਸ ਨੇ ਉਹਨਾਂ 'ਤੇ ਸਾਡੇ ਨੰਬਰ ਆ। ਉੱਥੋਂ ਜਿਹੜੇ ਸੋਸ਼ਲ ਵਰਕਰ ਨੇ ਉਹ ਸਾਨੂੰ ਫੋਨ ਕਰਕੇ ਕਲਾਇੰਟ ਭੇਜਦੇ ਆ ਵੀ ਇਹਨਾਂ ਨੂੰ ਲੋੜ ਆ, ਇਹ ਫੂਡ ਬੈਂਕ 'ਚ ਅਸੀਂ ਭੇਜ ਰਹੇ ਹਾਂ। ਅਤੇ ਸਾਡਾ ਇਹ ਆ ਵੀ ਅਸੀਂ ਮਾਨਸਿਕੀ ਜਾਤ ਸੱਭਿਆ ਇੱਕ ਹੈ ਪਹਿਚਾਨਵੋ ਦੇ ਸੰਦੇਸ਼ ਨਾਲ ਇਹਨੂੰ ਸ਼ੁਰੂ ਕੀਤਾ। ਅਸੀਂ ਕਿਸੇ ਨੂੰ ਉਹਦੇ ਵਿੱਚੋਂ ਜਵਾਬ ਨਹੀਂ ਦਿੰਦੇ। ਜਿਹੜਾ ਵੀ ਆਉਂਦਾ ਅਸੀਂ ਉਹਨੂੰ ਉਹਦੀ ਲੋੜ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਔਰ ਸਾਡੀ ਵਿਸ਼ਵਾਸ ਹੈ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ 'ਤੇ ਵੀ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਨਾਂ 'ਤੇ ਅਦਾਰਾ ਸ਼ੁਰੂ ਹੋਇਆ, ਇਹਦੇ ਵਿੱਚ ਕਦੇ ਕਮੀ ਆਉਣੀ ਨਹੀਂ। ਲੋਕ ਜਿਹੜੇ ਆ, ਸਾਡੀ ਕਮਿਊਨਿਟੀ ਜਿਹੜੀ ਆ ਬਹੁਤ ਚੰਗੀ ਤਰ੍ਹਾਂ ਉਹਦੇ ਲਈ ਹੈਲਪ ਕਰ ਰਹੀ ਆ, ਔਰ ਅੱਗੇ ਤੋਂ ਵੀ ਕਰਦੇ ਰਹਿਣਗੇ। ਪਹਿਲੀ 2 ਜੁਲਾਈ ਨੂੰ ਅਸੀਂ ਇੱਕ ਵੱਡੀ ਫੂਡ ਡਰਾਈਵ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਵਿਖੇ। ਉੱਥੇ ਨਾਲ ਹੀ ਫੂਡ ਬੈਂਕ ਆ ਪਿਛਲੇ ਪਾਸੇ ਉੱਥੇ, ਔਰ ਉਸ ਦਿਨ ਫੰਡ ਰੇਜ਼ ਅਤੇ ਜਿਹੜਾ ਫੂਡਸ ਡਰਾਈਵ ਜਿਹੜੀ ਆ ਉਸ ਦਿਨ ਹੋ ਰਹੀ ਆ। ਅਸੀਂ ਸਾਰੀ ਕਮਿਊਨਿਟੀ ਨੂੰ ਬੇਨਤੀ ਵੀ ਕਰਦੇ ਹਾਂ ਕਿ ਆਪਾਂ ਥੋੜ੍ਹਾ ਹਮਲਾ ਮਾਰੀਏ। ਜਿਨ੍ਹਾਂ ਕੋਲ ਵਾਧੂ ਆ ਉਹ ਪਲੀਜ਼, ਹੁਣ ਲੋੜ ਆ ਕੱਢਣ ਦੀ, ਹੁਣ ਸਮਾਂ ਵਾ। ਕਿਉਂਕਿ ਜਦੋਂ ਲੋੜ ਨਹੀਂ ਹੁੰਦੀ ਉਦੋਂ ਸ਼ਾਇਦ ਆਪਾਂ ਦਿੱਤੇ ਉਹਦੀ ਵੀ ਸਾਨੂੰ ਹੁੰਦਾ ਵੀ ਕਿਸੇ ਨੂੰ ਸ਼ਾਇਦ ਇਹਦੀ ਲੋੜ ਨਾ ਹੋਵੇ। ਅੱਜ ਜੇ ਲੋੜ ਆ, ਜਿਨ੍ਹਾਂ ਕੋਲ ਵਾਧੂ ਆ, ਅੱਜ ਉਹ ਵਾਧੂ ਦਿਓ। ਅਤੇ ਇਹਦੇ ਵਿੱਚ ਮੈਂ ਇਹਦੇ ਨਾਲ ਇੱਕ ਹੋਰ ਜ਼ਿਕਰ ਕਰਨਾ ਚਾਹਾਂਗਾ ਬਈ ਬਹੁਤ ਸਮਾਂ ਪਹਿਲਾਂ ਨਾ ਸਾਡੇ ਇੱਥੇ ਇੱਕ ਗੱਲ ਚੱਲਦੀ ਹੁੰਦੀ ਸੀ ਵੀ ਇਹ ਗੁਰਦੁਆਰੇ 'ਚ ਜਿਹੜੇ 24 ਘੰਟੇ ਤੁਸੀਂ ਲੰਗਰ ਚਲਾਏ ਹੋਏ ਆ, ਇੱਥੇ ਕੈਨੇਡਾ 'ਚ ਕੀ ਲੋੜ ਆ ਲੰਗਰ ਦੀ। ਪਰ ਅੱਜ ਇਹ ਸਾਨੂੰ ਪਤਾ ਲੱਗ ਰਿਹਾ ਬਈ ਨਹੀਂ, ਉਹਨਾਂ ਲੰਗਰਾਂ ਦੀ ਕਿੰਨੀ ਕੁ ਲੋੜ ਆ। ਔਰ ਜਿੰਨੇ ਵੀ ਗੁਰੂ ਘਰ ਨੇ, ਜਿੰਨੇ ਗੁਰਦੁਆਰੇ ਆ ਲੋਅਰ ਮੇਨਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਤੁਸੀਂ ਦੇਖੋ ਬਈ ਕਿੰਨੇ ਲੋਕਾਂ ਨੂੰ ਉੱਥੋਂ ਜਿਹੜਾ ਵਾ ਇਸ ਵੇਲੇ ਫੂਡ ਮਿਲ ਰਿਹਾ। ਔਰ ਤੁਸੀਂ ਜਦੋਂ ਸ਼ਾਮ ਨੂੰ ਕਿਸੇ ਵੀ ਗੁਰਦੁਆਰਾ ਸਾਹਿਬ ਵਿੱਚ ਚੱਲ ਜਾਓ, ਉੱਥੇ ਤੁਸੀਂ ਜਾ ਕੇ ਦੇਖੋ ਸਟੂਡੈਂਟਸ ਕੀ, ਜਿਹੜੀਆਂ ਫੈਮਲੀਆਂ ਲੋ ਇਨਕਮ ਵਾਲੀਆਂ ਕੀ, ਹੋਰ ਸਿਰਫ ਬਹੁਤ ਸਾਰੇ ਲੋਕ ਅੱਜ ਦੀ ਡੇਟ ਦੇ ਵਿੱਚ ਲੰਗਰ ਛਕਣ ਹੀ ਜਾਂਦੇ ਆ। ਜਿਹੜੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਅੱਗੇ 500 ਜਾਂ 700 ਡੇਲੀ ਭੋਜਨ ਛਕਦੇ ਸੀ, ਅੱਜ ਉਹ ਗਿਣਤੀ 3-3 ਹਜ਼ਾਰ ਤੱਕ ਗਈ ਹੋਈ ਆ। ਇਹਦਾ ਮਤਲਬ ਇਹ ਆ ਵੀ ਲੋਕਾਂ ਕੋਲ ਖਾਣੇ ਦੀ ਕਮੀ ਆ। ਔਰ ਬਹੁਤ ਸਾਰਾ ਇਹ ਜਿਹੜੀ ਗੁਰੂ ਨਾਨਕ ਦਾ ਲੰਗਰ ਜਿਹੜਾ ਜਿੱਥੇ ਵੀ ਆ ਉਹ ਇਸ ਲੋੜ ਨੂੰ ਪੂਰਾ ਕਰ ਰਿਹਾ। ਹਰ ਗੁਰਦੁਆਰਾ ਸਾਹਿਬ ਇਹਦੇ ਵਿੱਚ ਯੋਗਦਾਨ ਪਾ ਰਿਹਾ ਵਾ ਉਹ ਲੋੜਾਂ ਪੂਰੀਆਂ ਕਰਨ ਲਈ। ਇਸ ਵੇਲੇ ਬਹੁਤ ਸਾਰੇ ਲੋਕ ਜਿੱਥੇ ਫੂਡ ਬੈਂਕਾਂ ਦੇ ਸਹਾਰੇ ਨੇ, ਉੱਥੇ ਹੀ ਵੱਡੀ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਵੀ ਇਸੇ ਤੇ ਹੀ ਨਜ਼ਰ ਟਿਕੀ ਹੋਈ ਹੈ, ਜਿਹੜੇ ਇਸ ਵੇਲੇ ਆਪਣੇ ਭੋਜਨ ਨੂੰ ਪੂਰਾ ਕਰਨ ਲਈ ਫੂਡ ਬੈਂਕਾਂ ਦੀ ਤਾਕ ਵਿੱਚ ਨੇ। ਉਹਨਾਂ ਦਾ ਭੋਜਨ ਕੀ ਫੂਡ ਬੈਂਕ ਪੂਰਾ ਕਰ ਪਾ ਰਹੇ ਨੇ?
ਪਹਿਲੀ ਗੱਲ ਤਾਂ ਜੀ ਜਦੋਂ ਇੰਡੀਆ ਤੋਂ ਤੁਰਦੇ ਜਦੋਂ ਅਸੀਂ ਵੀ ਤੁਰੇ ਸੀ, ਕਿਸੇ ਨੂੰ ਇਹ ਚਿੰਤਾ ਨਹੀਂ ਹੁੰਦੀ ਵੀ ਤੇ ਖਾਣ ਦੀ ਪ੍ਰੋਬਲਮ ਆਉਣੀ ਆ। ਅਗਲੇ ਨੇ ਇਹਦਾ ਕੈਨੇਡਾ ਚੱਲੇ ਆ, ਉੱਥੇ ਤਾਂ ਪਤਾ ਨਹੀਂ ਮਤਲਬ ਦਰਖਤਾਂ ਨਾਲ ਨੋਟ ਲੱਗੇ ਹੋਣੇ ਆ ਤੇ ਖਾਣ ਦੇ ਭੰਡਾਰ ਭਰੇ ਹੋਏ ਨੇ। ਔਰ ਹੋਇਆ ਵੀ ਪਹਿਲੀ ਵਾਰੀ ਆ ਜੀ ਕੈਨੇਡਾ ਦੇ ਵਿੱਚ, ਮੈਨੂੰ ਲੱਗਦਾ ਖਾਣ ਦੀ ਕੋਈ ਕਮੀ ਨਹੀਂ ਸੀ ਕਿਸੇ ਨੂੰ ਵੀ। ਮਨ ਭਾਉਂਦਾ ਬੰਦਾ ਖਾ ਸਕਦਾ ਸੀ, ਪਰ ਅੱਜ ਮਨ ਭਾਉਂਦਾ ਨਹੀਂ ਖਾ ਸਕਦਾ। ਅੱਜ ਬੜੀ ਵੱਡੀ ਇਹ ਇੱਕ ਦਿੱਕਤ ਬਣ ਗਈ ਆ। ਜਿਵੇਂ ਸਰਵੇ ਤੁਸੀਂ ਪਹਿਲਾਂ ਵੀ ਦੱਸਿਆ, ਸਰਵੇ ਹੋਏ ਨੇ, ਹਰ ਪੰਜਵਾਂ ਬੰਦਾ ਜਿਹੜਾ ਉਹ ਭੁੱਖਾ ਵਾ, ਉਹਦੇ ਕੋਲ ਖਾਣ ਲਈ ਨਹੀਂ ਹੈਗਾ। ਸੋ ਇਸ ਕਰਕੇ ਫੂਡ ਬੈਂਕਾਂ 'ਤੇ ਬਹੁਤ ਸਾਰਾ ਲੋਡ ਪੈ ਰਿਹਾ ਵਾ। ਤਕਰੀਬਨ ਇੰਨੀ ਗਰੋਥ ਹੋ ਰਹੀ ਆ ਵੀ ਕਹਿ ਲਓ ਡਬਲ ਤੋਂ ਵੀ ਜ਼ਿਆਦਾ। ਅਤੇ ਤਕਰੀਬਨ ਸਾਡੇ ਕੋਲ ਪਿਛਲੇ ਕੁਝ ਸਮੇਂ ਦੇ ਵਿੱਚ ਹੀ 1000 ਫਾਈਲ ਜਿਹੜੀ 1 ਸਾਲ 'ਚ ਆਉਣੀ ਸੀ, ਉਹ ਤਕਰੀਬਨ 2 ਮਹੀਨਿਆਂ 'ਚ ਆ ਗਈ ਹੈ। ਸੋ ਇਸ ਤਰੀਕੇ ਦੇ ਨਾਲ ਜਿਹੜਾ ਲੋਡ ਵੀ ਕਾਫੀ ਪੈ ਰਿਹਾ ਵਾ। ਸਟੂਡੈਂਟਸ ਹੁਣ ਨਵੇਂ ਜਿਹੜੇ ਆਉਣੇ ਸ਼ੁਰੂ ਹੋ ਗਏ ਆ, ਉਹਨਾਂ ਦਾ ਵੀ ਲੋਡ ਪੈ ਰਿਹਾ ਵਾ। ਔਰ ਦੂਸਰੇ ਪਾਸੇ ਜਿਹੜੀ ਲੋਕਾਂ ਦੀ ਡੋਨੇਸ਼ਨ ਕਰਨ ਵਾਲੀ ਜਿਹੜੀ ਸਪਲਾਈ ਸੀਗੀ ਉਹ ਘਟੀ ਆ, ਕਿਉਂਕਿ ਮਹਿੰਗਾਈ ਇੰਨੀ ਹੋ ਗਈ ਆ। ਜਿਹੜਾ ਡਬਲ ਤੋਂ ਵੀ ਵੱਧ ਪ੍ਰਾਈਸਾਂ ਹੋ ਗਈਆਂ। $8 ਦਾ ਬੈਗ ਆਟੇ ਦਾ $18 ਦਾ ਵਾ, ਜਿਹੜੀ $20 ਦੀ ਕੈਨੀ ਤੇਲ ਦੀ ਸੀ $50 ਦੀ ਆ। ਡਬਲ ਤੋਂ ਵੀ ਜ਼ਿਆਦਾ ਪ੍ਰਾਈਸਾਂ ਹੋ ਗਈਆਂ। ਜਦੋਂ ਬੰਦੇ ਨੇ ਕਿਸੇ ਨੇ ਡੋਨੇਸ਼ਨ ਵੀ ਕਰਨੀ ਆ, ਉਹਨੇ ਆਪਣੇ ਬੈਤ ਅਨੁਸਾਰ ਹੀ ਆਪਣੀ 10 ਦੀ ਕਿਰਤ 'ਚੋਂ ਜੋ ਬਚਦਾ ਵਾ ਉਹਦੇ 'ਚੋਂ ਡੋਨੇਸ਼ਨ ਕਰਨੀ ਆ। ਅਤੇ ਜੇ ਉਹਦਾ ਆਪਣਾ ਹੀ ਗੁਜ਼ਾਰਾ ਨਹੀਂ ਹੋ ਰਿਹਾ ਅਤੇ ਉਹ ਡੋਨੇਸ਼ਨ ਉਹਦੇ ਵਿੱਚੋਂ ਕੀ ਕਰੂਗਾ। ਇਸ ਕਰਕੇ ਬਹੁਤ ਸਾਰੀ ਜਿਹੜੀਆਂ ਦਿੱਕਤਾਂ ਆ ਰਹੀਆਂ ਨੇ ਇਸ ਵੇਲੇ। ਔਰ ਜਦੋਂ ਇਹ ਚੀਜ਼ ਅਸੀਂ ਦੁਨੀਆ ਦੇ ਸਾਹਮਣੇ ਜਦੋਂ ਇਹ ਸਰਵੇ ਦੇਖਦੇ ਹਾਂ ਵੀ ਕੈਨੇਡਾ ਦੇ ਵਿੱਚ ਹਰ ਪੰਜਵਾਂ ਬੰਦਾ ਭੁੱਖਾ, ਅਤੇ ਥੋੜ੍ਹਾ ਜਿਹਾ ਇਉਂ ਵੀ ਹੁੰਦਾ ਵੀ ਕੈਨੇਡਾ ਕਿੱਧਰ ਨੂੰ ਚਲੇ ਗਿਆ। ਕੈਨੇਡਾ ਦੇ ਵਿੱਚ ਤਾਂ ਇਹ ਸੀ ਵੀ ਇੱਥੇ ਕੋਈ ਭੁੱਖ ਨਾਲ ਜੂਝਦਾ ਹੀ ਨਹੀਂ, ਕੋਈ ਭੁੱਖਾ ਰਹਿ ਨਹੀਂ ਸਕਦਾ। ਗੌਰਮੈਂਟਾਂ ਉਹਨਾਂ ਨੂੰ ਖਾਣ ਨੂੰ ਦਿੰਦੀਆਂ। ਪਰ ਅੱਜ ਦੀ ਤਰੀਕ ਦੇ ਵਿੱਚ ਇਹ ਸੱਚ ਆ ਜਿਹੜੇ ਸਰਵੇ ਹੋਏ ਆ। ਔਰ ਜਿੰਨੀਆਂ ਫੂਡ ਬੈਂਕਾਂ ਜੀ, ਸਾਰੀਆਂ ਫੂਡ ਬੈਂਕਾਂ ਇਹਦੇ ਲਈ ਚਿੰਤਤ ਆ। ਔਰ ਬਹੁਤ ਸਾਰੀਆਂ ਫੂਡ ਬੈਂਕਾਂ ਨੇ ਅਨਾਊਂਸ ਕਰ ਦਿੱਤਾ ਕਿ ਅਸੀਂ ਨਵੀਆਂ ਫਾਈਲਾਂ ਨਹੀਂ ਲੈ ਰਹੇ। ਪਰ ਉਹ ਜਿਹੜੇ ਲੋਕ ਨੇ ਜਿਹੜੇ ਉਹਨਾਂ 'ਤੇ ਨਿਰਭਰ ਨੇ, ਉਹ ਕਿੱਧਰ ਨੂੰ ਜਾਣ, ਇਹ ਵੀ ਇੱਕ ਵੱਡਾ ਸਵਾਲ ਆ। ਔਰ ਜਿਹੜੇ ਲੋਕ ਪਹਿਲਾਂ ਜਿਨ੍ਹਾਂ ਦੀਆਂ ਫਾਈਲਾਂ ਹੈਗੀਆਂ ਵੀ ਆ, ਜਿਨ੍ਹਾਂ ਨੂੰ ਪਹਿਲਾਂ ਪੂਰਾ ਫੂਡ ਵੀਕ ਦਾ ਮਿਲਦਾ ਸੀ ਜਿੰਨਾ ਮਿਲਣਾ ਚਾਹੀਦਾ, ਅੱਜ ਉਹਨਾਂ ਫੂਡ ਬੈਂਕਾਂ ਨਹੀਂ ਦੇ ਸਕਦੀਆਂ। ਇਹਦਾ ਮਤਲਬ ਆ ਉਹਨਾਂ ਕੋਲ ਖਾਣੇ ਦੀ ਉਨੀ ਕਮੀ ਆ ਦੇਣ ਲਈ ਵੀ, ਅਤੇ ਜਿਹੜਿਆਂ ਨੂੰ ਨਹੀਂ ਮਿਲ ਰਿਹਾ ਉਹ ਵੀ ਉਹਦੇ 'ਤੇ ਨਿਰਭਰ ਨੇ। ਇਹਦਾ ਮਤਲਬ ਉਹ ਭੁੱਖੇ ਸੌਣਗੇ। ਕੈਨੇਡਾ ਦੀ ਸਰਕਾਰ ਇਸ ਵੇਲੇ ਭੁੱਖਮਰੀ ਦਾ ਸ਼ਿਕਾਰ ਲੋਕਾਂ ਦੀ ਮਦਦ ਲਈ ਕੀ ਉਪਰਾਲੇ ਕਰ ਰਹੀ ਹੈ, ਇਸ ਦਾ ਜਵਾਬ ਸੁਣਦੇ ਹਾਂ। ਅਜੇ ਤੱਕ ਤੇ ਇਹੀ ਹੈ ਜੀ ਜਿਹੜਾ ਸਰਕਾਰਾਂ ਦਾ ਕੰਮ ਹੁੰਦਾ। ਵੈਸੇ ਆ ਜਿਹੜਾ ਆਪਾਂ ਕਰ ਰਹੇ ਹਾਂ, ਇਹ ਇਹਨਾਂ ਕੰਟਰੀਆਂ ਦੇ ਵਿੱਚ ਤੇ ਖਾਸ ਤੌਰ 'ਤੇ ਸਰਕਾਰਾਂ ਦਾ ਕੰਮ ਹੁੰਦਾ। ਜੇ ਕੋਈ ਕ੍ਰਾਈਸਿਸ ਆਉਂਦਾ ਵਾ, ਜਿਵੇਂ ਹੁਣ ਗਰੋਸਰੀ ਦੀ ਮਹਿੰਗਾਈ ਦੀ ਗੱਲ ਵਾ, ਗੈਸ ਦੀ ਮਹਿੰਗਾਈ ਦੀ ਗੱਲ ਆ, ਉਹਦੇ 'ਚ ਗੌਰਮੈਂਟ ਇੱਕ ਕੰਮ ਕਰ ਸਕਦੀਆਂ ਜੀ, ਤਿੰਨੇ ਹੀ ਗੌਰਮੈਂਟਾਂ ਕਰ ਸਕਦੀਆਂ। ਟੈਕਸ ਵਿੱਚ ਥੋੜ੍ਹੀ ਜਿਹੀ ਕਟੌਤੀ ਕਰਨ, ਜਿਨ੍ਹਾਂ ਕੋਲ ਵਾਧੂ ਉਹਨਾਂ ਤੋਂ ਲੈ ਲੈਣ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਸਾਵਾਂ ਜਿਹਾ ਹੀ ਆ ਉਹਨਾਂ ਨੂੰ ਛੱਡ ਦੇਣ। ਦੂਸਰਾ ਵਾ ਜਿਵੇਂ ਹੁਣ ਘਰਾਂ ਦੇ ਟੈਕਸ ਆ, ਉਹ ਤਾਂ ਹੋਰ ਅੱਗੇ ਨਾਲੋਂ ਵੱਧ ਗਏ ਆ। ਇੱਕ ਪਾਸੇ ਗਰੋਸਰੀ ਦੀ ਮਾਰ ਆ, ਇੱਕ ਪਾਸੇ ਘਰਾਂ ਦੇ ਟੈਕਸ ਵੱਧ ਗਏ ਆ, ਇੱਕ ਪਾਸੇ ਆਪਣੇ ਗੈਸ ਦੀਆਂ ਕੀਮਤਾਂ ਵੱਧ ਗਈਆਂ। ਜਿਹੜੀ ਘਰਾਂ ਦੀ ਗੈਸ ਆ, ਜਿਹੜੀ ਕਹਿ ਲਓ ਆਪਣਾ ਫੋਰਟਸ BC ਆ, ਉਹਦੀਆਂ ਪ੍ਰਾਈਸਾਂ ਕਿੰਨੀਆਂ ਵੱਧ ਗਈਆਂ। ਹਾਈਡਰੋ ਦੀਆਂ ਪ੍ਰਾਈਸਾਂ ਵੱਧ ਗਈਆਂ। ਜਿਹੜੀਆਂ ਚੀਜ਼ਾਂ ਗੌਰਮੈਂਟ ਕੰਟਰੋਲ 'ਚ ਕਰ ਸਕਦੀ ਆ, ਉਹਨਾਂ ਦੀਆਂ ਪ੍ਰਾਈਸਾਂ ਵੀ ਉੱਤੇ ਜਾਈ ਜਾਂਦੀਆਂ। ਉਹਨਾਂ ਨੂੰ ਗੌਰਮੈਂਟਾਂ ਨੂੰ ਅੱਜ ਦੀ ਤਰੀਕ ਦੇ ਵਿੱਚ ਕੁਝ ਸਮੇਂ ਲਈ ਕੰਟਰੋਲ ਕਰਨਾ ਚਾਹੀਦਾ। ਜੇ ਉਹ ਪ੍ਰਾਈਸਾਂ ਵਧਾਉਣੀਆਂ ਵੀ ਆ ਤੇ ਥੋੜ੍ਹਾ ਜਿਹਾ ਸਮਾਂ ਲੰਘ ਦੇਣਾ ਚਾਹਣਾ ਚਾਹੀਦਾ। ਇਹਨਾਂ ਵਿੱਚ ਗੌਰਮੈਂਟਾਂ ਜਿਹੜੀਆਂ ਬਹੁਤ ਵੱਡੀ ਹੈਲਪ ਕਰ ਸਕਦੀਆਂ, ਪਰ ਅਜੇ ਤੱਕ ਕੁਝ ਨਜ਼ਰ ਨਹੀਂ ਆਇਆ। ਫਿਲਹਾਲ ਸਪਲਾਈ ਚੇਨ ਕਦੋਂ ਤੱਕ ਠੀਕ ਹੋਵੇਗੀ ਇਹ ਤਾਂ ਅਜੇ ਦਿਖਾਈ ਨਹੀਂ ਦੇ ਰਿਹਾ, ਪਰ ਮਹਿੰਗਾਈ ਦਰ ਅੱਗੇ ਹੋਰ ਵਾਧੀ ਦਿਖਾਈ ਜ਼ਰੂਰ ਦੇ ਰਹੀ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। BC ਫੈਰੀਜ਼ ਦੇ ਰੂਟਾਂ ਦੇ ਵਿੱਚ ਕਾਫੀ ਜ਼ਿਆਦਾ ਦਿੱਕਤਾਂ ਸਾਹਮਣੇ ਆ ਰਹੀਆਂ ਨੇ। ਸਵੈਟਸ ਬੇ ਤੇ ਟਵੈਸਨ ਦਾ ਜਿਹੜਾ ਰੂਟ ਹੈ ਉਹ ਵੀ ਕਾਫੀ ਜ਼ਿਆਦਾ ਬੁੱਧਵਾਰ ਸਵੇਰ ਤੱਕ ਪ੍ਰਭਾਵਿਤ ਰਿਹਾ। ਕਈ ਰੂਟ ਅਜਿਹੇ ਸੀ ਜਿੱਥੇ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਸੀਗਾ ਕੁਝ ਵੈਸਲ ਦੇ ਵਿੱਚ, ਜਿਸ ਕਰਕੇ ਕਈ ਜਹਾਜ਼ ਨਹੀਂ ਜਾ ਪਾਏ ਤੇ ਲੋਕਾਂ ਨੂੰ ਇੱਧਰ ਉੱਧਰ ਸ਼ਿਫਟ ਕਰਨ ਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਜਿਸ ਵਿੱਚ ਲੋਕਾਂ ਨੂੰ ਦੇਰੀ ਵੀ ਬਹੁਤ ਹੋਈ ਹੈ। ਕਈ ਲੋਕ ਇੰਤਜ਼ਾਰ ਕਰਦੇ ਰਹਿ ਗਏ। ਅਜਿਹੇ ਕਰਕੇ ਬਹੁਤ ਸਾਰੇ ਕਰਮਚਾਰੀ ਵੀ ਨਾ ਭਰਤੀ ਹੋਣਾ ਬਹੁਤ ਵੱਡਾ BC ਫੈਰੀਜ਼ ਦੀ ਦੇਰੀ ਦੇ ਵਿੱਚ ਕਾਰਨ ਮੰਨਿਆ ਜਾ ਰਿਹਾ ਹੈ। ਦੇਖਦੇ ਹਾਂ ਇੱਕ ਰਿਪੋਰਟ। ਜੇਕਰ ਤੁਸੀਂ ਬੁੱਧਵਾਰ ਨੂੰ ਲੋਅਰ ਮੇਨਲੈਂਡ ਤੇ ਵੈਨਕੂਵਰ ਆਈਲੈਂਡ ਦੇ ਵਿਚਕਾਰ ਜਾਣ ਦੀ ਯੋਜਨਾ ਬਣਾਉਂਦੇ ਹੋ ਤਾਂ ਦੇਰੀ ਦੀ ਉਮੀਦ ਕਰੋ। ਮੇਨਟੇਨੈਂਸ ਨੇ BC ਫੇਰੀਆਂ ਨੂੰ ਇੱਕ ਘੱਟ ਜਹਾਜ਼ ਨਾਲ ਛੱਡ ਦਿੱਤਾ ਹੈ। ਵੈਨਕੂਵਰ ਆਈਲੈਂਡ ਦੀ ਰਫ਼ਤਾਰੀ ਨੂੰ ਸੋਮਵਾਰ ਤੋਂ ਸੇਵਾ ਲਈ ਹਟਾਇਆ ਗਿਆ। ਇਹ ਟਵੈਸਨ ਤੋਂ ਸਵੈਟਸ ਰੂਟ ਦੇ ਨਾਲ ਯਾਤਰੀਆਂ ਦੇ ਲਈ ਨਿਰਾਸ਼ਾ ਦਾ ਕਾਰਨ ਬਣਿਆ ਹੈ। ਬੁੱਧਵਾਰ ਨੂੰ ਵਿਅਸਤ ਰੂਟ ਦੇ ਨਾਲ 4 ਦੌਰ ਦੀਆਂ ਯਾਤਰਾਵਾਂ ਜਾਂ ਕੁੱਲ 8 ਸਮੁੰਦਰੀ ਸਫ਼ਰ ਨੂੰ ਰੱਦ ਕਰ ਦਿੱਤਾ ਗਿਆ ਸੀ। BC ਫੈਰੀਜ਼ ਦੇ ਬੁਲਾਰੇ ਨੇ ਕਿਹਾ ਹੈ ਕਿ ਸਪਿਰਿਟ ਆਫ ਵੈਨਕੂਵਰ ਆਈਲੈਂਡ ਪਿਛਲੇ 3 ਦਿਨਾਂ ਤੋਂ ਵਿਅਸਤ ਗਰਮੀ ਦੇ ਮੌਸਮ ਤੋਂ ਪਹਿਲਾਂ ਲੋੜੀਂਦੇ ਇੰਜਨ ਮੇਨਟੇਨੈਂਸ ਲਈ ਸੇਵਾ ਤੋਂ ਬਾਹਰ ਹੈ। ਇਹ ਕੋਈ ਚਾਲਕ ਮੁੱਦਾ ਨਹੀਂ ਹੈ। ਉਹਨਾਂ ਕਿਹਾ ਕਿ ਉਹ ਵੈਸਲ ਪੂਰੀ ਤਰ੍ਹਾਂ ਸੇਵਾ ਵਿੱਚ ਵਾਪਸ ਆ ਜਾਏਗਾ।
BC ਫੈਰੀਜ਼ ਦੀ ਵੈਬਸਾਈਟ ਦੇ ਮੁਤਾਬਕ ਸੋਮਵਾਰ, ਮੰਗਲਵਾਰ ਤੇ ਬੁੱਧਵਾਰ ਨੂੰ ਸੇਵਾ ਤੋਂ ਜਹਾਜ਼ ਨੂੰ ਕੱਢਣ ਲਈ ਦਿਨਾਂ ਦੇ ਵਜੋਂ ਚੁਣਿਆ ਗਿਆ ਸੀ, ਕਿਉਂਕਿ ਉਹ ਹਫ਼ਤੇ ਦੇ ਸਭ ਤੋਂ ਘੱਟ ਵਰਤੇ ਜਾਣ ਵਾਲੇ ਯਾਤਰਾ ਦਿਨ ਨੇ। ਕੰਪਨੀ ਨੇ ਯਾਤਰਾ ਕਰਨ ਵਾਲੇ ਲੋਕਾਂ ਨੂੰ ਇਸ ਦੀ ਬਜਾਏ ਪੈਦਲ ਚੱਲਣ ਤੇ ਵਿਚਾਰ ਕਰਨ ਦੀ ਚੇਤਾਵਨੀ ਦਿੱਤੀ ਹੈ, ਕਿਉਂਕਿ ਸਮੁੰਦਰੀ ਜਹਾਜ਼ ਦੀ ਉਡੀਕ ਸੰਭਵ ਸੀ। ਹਾਲਾਂਕਿ ਬਹੁਤ ਸਾਰੇ ਯਾਤਰੀਆਂ ਨੇ ਇੰਤਜ਼ਾਰ ਤੇ ਆਪਣੀ ਨਿਰਾਸ਼ਾ ਜ਼ਾਹਰ ਕਰਨ ਦੇ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਤੇ ਸੋਲਡ ਆਊਟ ਸੇਲ ਦੇਖੀ। ਬੁੱਧਵਾਰ ਸਵੇਰ ਤੱਕ ਜ਼ਿਆਦਾਤਰ ਸਮੁੰਦਰੀ ਜਹਾਜ਼ ਦੁਪਹਿਰ ਲਈ ਉਪਲਬਧ ਸਨ। ਸੋਮਵਾਰ ਨੂੰ ਸੇਵਾ ਤੋਂ ਬਾਹਰ ਸਮੁੰਦਰੀ ਜਹਾਜ਼ ਤੋਂ ਇਲਾਵਾ ਸਟਾਫ ਦੀਆਂ ਸਮੱਸਿਆਵਾਂ ਦੇ ਨਤੀਜੇ ਵਜੋਂ ਸ਼ਾਮ ਨੂੰ ਕਈ ਹੋਰ ਸਮੁੰਦਰੀ ਜਹਾਜ਼ਾਂ ਦੀ ਸਮਰੱਥਾ ਤੱਕ ਪਹੁੰਚ ਗਈ। ਕੰਪਨੀ ਨੇ ਮਈ ਦੇ ਅੰਤ ਵਿੱਚ ਇੱਕ ਹਾਇਰਿੰਗ ਬ੍ਰਿਡਸ ਦਾ ਆਯੋਜਨ ਕੀਤਾ। ਇਸ ਗਰਮੀਆਂ ਦੇ ਵਿੱਚ ਉੱਚ ਯਾਤਰਾ ਦੀਆਂ ਮੰਗਾਂ ਨੂੰ ਪੂਰਾ ਕਰਨ ਲਈ ਮੌਸਮੀ ਨੌਕਰੀਆਂ ਜਿਵੇਂ ਕਿ ਗ੍ਰਾਹਕ ਸੇਵਾ ਤੇ ਅਟੈਂਡੈਂਟ ਤੇ ਟਿਕਟ ਏਜੰਟਾਂ ਲਈ ਅਰਜ਼ੀ ਦੇਣ ਵਾਲਿਆਂ ਲਈ ਨਕਦ ਪ੍ਰੋਤਸਾਹਨ ਦੀ ਪੇਸ਼ਕਸ਼ ਕੀਤੀ। ਕੰਪਨੀ ਨੇ ਆਨਲਾਈਨ ਪੋਸਟਿੰਗ ਦੇ ਵਿੱਚ ਕਿਹਾ ਹੈ ਕਿ BC ਫੈਰੀਜ਼ ਵਿਖੇ ਅਸੀਂ ਹੁਣ ਸਾਰੇ ਮੌਸਮੀ ਕਰਮਚਾਰੀਆਂ ਨੂੰ 420 ਘੰਟੇ ਦੀ ਗਾਰੰਟੀ ਦੇ ਰਹੇ ਹਾਂ। ਅਸੀਂ ਰੋਜ਼ਗਾਰ ਦੀ ਸ਼ੁਰੂਆਤ ਤੇ ਡਾਲਰ 3,50,000 ਤੇ 5 ਲੱਖ ਉਹਨਾਂ ਨੂੰ ਪ੍ਰਦਾਨ ਕਰਾਂਗੇ ਜੋ ਸਾਡੇ ਨਾਲ ਪਿਛਲੇ ਲੇਬਰ ਦਿਵਸ ਤੇ ਕੰਮ ਕਰਦੇ ਨੇ। ਮਾਰਸ਼ਲ ਨੇ 27 ਮਈ ਨੂੰ ਕਿਹਾ ਕਿ ਅਸੀਂ ਲੋਕਾਂ ਨੂੰ ਸਾਡੀ ਟੀਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਉਤਸ਼ਾਹਿਤ ਕਰਨ ਦੀ ਕੋਸ਼ਿਸ਼ਾਂ ਲਈ ਸਾਈਨਿੰਗ ਬੋਨਸ ਦਾ ਵੀ ਫੈਸਲਾ ਕੀਤਾ ਹੈ। BC ਫੈਰੀਜ਼ ਕੁਝ ਪੋਸਟਿੰਗਾਂ ਦੇ ਲਈ $10,000 ਦੀ ਪੇਸ਼ਕਸ਼ ਕਰ ਰਹੀ ਹੈ। ਇਹ ਉਹਨਾਂ ਦੀ ਪ੍ਰੋਬੇਸ਼ਨਰੀ ਮਿਆਦ ਤੇ ਸਫਲਤਾਪੂਰਵਕ ਪੂਰਾ ਹੋਣ ਤੋਂ ਬਾਅਦ $5,000 ਹੋਵੇਗਾ ਤੇ ਫਿਰ ਸਾਡੇ ਨਾਲ ਕੰਮ ਕਰਨ ਦੇ 1 ਸਾਲ ਬਾਅਦ ਇਹ ਹੋਰ $5,000 ਹੋਵੇਗਾ। BC ਫੈਰੀਜ਼ ਦੇ ਕਰਮਚਾਰੀਆਂ ਨੂੰ ਕੈਨੇਡਾ ਦੀ ਸਰਕਾਰ ਦੇ ਹੁਕਮਾਂ ਮੁਤਾਬਕ ਕੋਵਿਡ-19 ਵਿਰੁੱਧ ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਉਧਰ BC ਫੈਰੀਜ਼ ਨੂੰ ਵਰਕਸੇਫ BC ਦੇ ਵੱਲੋਂ ਇੱਕ ਵੱਡਾ ਜੁਰਮਾਨਾ ਭੁਗਤਣਾ ਪਿਆ ਹੈ। ਜੀ ਹਾਂ, 6 ਲੱਖ ਦੇ ਕਰੀਬ ਇਹ ਜੁਰਮਾਨਾ ਮਿਲਿਆ। ਇਸ ਜੁਰਮਾਨੇ ਦੇ ਪਿੱਛੇ ਜੋ ਕਾਰਨ ਦੱਸਿਆ ਜਾ ਰਿਹਾ ਉਹ ਦੱਸਿਆ ਜਾ ਰਿਹਾ ਕਿ BC ਫੈਰੀਜ਼ ਦੇ ਵਿੱਚ ਇੱਕ ਕਰਮਚਾਰੀ ਜੋ ਕਿ ਕੰਮ ਦੌਰਾਨ ਉਸ ਦੀ ਮੌਤ ਹੋ ਗਈ। ਉਸੇ ਅਣਗਹਿਲੀ ਦੀ ਵਜ੍ਹਾ ਕਰਕੇ ਹੀ BC ਫੈਰੀਜ਼ ਨੂੰ ਇਹ ਵੱਡਾ ਜੁਰਮਾਨਾ ਹੋਇਆ ਹੈ। ਜਾਣਕਾਰੀ ਦੇ ਮੁਤਾਬਕ ਜੂਨ 2020 ਦੇ ਵਿੱਚ ਇੱਕ ਕਰਮਚਾਰੀ ਰਿਚਮੰਡ ਦੇ ਵਿੱਚ ਫਲੀਟ ਮੇਨਟੇਨੈਂਸ ਯੂਨਿਟ ਦੇ ਵਿੱਚ ਕੰਮ ਕਰ ਰਿਹਾ ਸੀ ਜਦੋਂ ਉਹ ਪਾਣੀ ਦੇ ਵਿੱਚ ਡਿੱਗ ਗਿਆ। ਵਰਕਸੇਫ BC ਨੇ ਕਿਹਾ ਕਿ ਕਰਮਚਾਰੀ ਫੈਬਰਿਕ ਵੈਬਿੰਗ ਦੇ ਇੱਕ ਪੈਨਲ ਦੇ ਉੱਪਰ ਝੁਕਿਆ ਹੋਇਆ ਸੀ ਅਤੇ ਪਾਣੀ ਦੇ ਵਿੱਚ ਤੈਰ ਰਹੀ ਇੱਕ ਚੀਜ਼ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਕੱਪੜੇ ਦੀ ਜਾਲੀ ਟੁੱਟੀ ਤੇ ਮਜ਼ਦੂਰ ਪਾਣੀ ਵਿੱਚ ਡੁੱਬ ਗਿਆ। ਇੱਕ ਜਾਂਚ ਤੋਂ ਬਾਅਦ ਵਰਕਸੇਫ BC ਨੇ ਨਿਰਧਾਰਿਤ ਕੀਤਾ ਹੈ ਕਿ ਕਰਮਚਾਰੀ ਨੇ ਇੱਕ ਨਿੱਜੀ ਫਲੋਟੇਸ਼ਨ ਡਿਵਾਈਸ ਨਹੀਂ ਪਾਈ ਹੋਈ ਸੀ ਤੇ ਫੈਬਰਿਕ ਵੈਬਿੰਗ ਪੈਨਲ ਹੇਠਾਂ ਪਾਣੀ ਦੇ ਵਿੱਚ ਡਿੱਗਣ ਦੇ ਖਤਰੇ ਨੂੰ ਕੰਟਰੋਲ ਕਰਨ ਲਈ ਨਾਕਾਫੀ ਸਨ। ਵਰਕਸੇਫ BC ਨੇ ਇਹ ਵੀ ਦੱਸਿਆ ਹੈ ਕਿ ਪਾਣੀ ਦੇ ਵਿੱਚ ਡਿੱਗੀਆਂ ਵਸਤੂਆਂ ਨੂੰ ਮੁੜ ਪ੍ਰਾਪਤ ਕਰਨ ਦੇ ਲਈ ਕੋਈ ਸੁਰੱਖਿਅਤ ਕਾਰਜ ਯੋਜਨਾ ਵਿਕਸਿਤ ਨਹੀਂ ਕੀਤੀ ਗਈ ਸੀ। ਵਰਕਸੇਫ BC ਨੇ ਕਿਹਾ ਹੈ ਕਿ ਫਰਮ ਆਪਣੇ ਕੰਮ ਵਾਲੀ ਥਾਂ ਤੇ ਸਾਰੇ ਕਰਮਚਾਰੀਆਂ ਦੀ ਸਿਹਤ ਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਵਿੱਚ ਅਸਫਲ ਰਹੀ ਹੈ। ਫਰਮ ਆਪਣੇ ਕਰਮਚਾਰੀਆਂ ਨੂੰ ਉਸ ਸੁਰੱਖਿਆ ਨੂੰ ਯਕੀਨੀ ਬਣਾਉਣ ਦੀ ਲੋੜੀਂਦੀਆਂ ਜਾਣਕਾਰੀਆਂ, ਹਦਾਇਤਾਂ ਤੇ ਸਿਖਲਾਈ ਤੇ ਨਿਗਰਾਨੀ ਪ੍ਰਦਾਨ ਕਰਨ 'ਚ ਅਸਫਲ ਰਹੀ ਹੈ। ਇਹ ਦੋਵੇਂ ਉੱਚ ਜੋਖਮ ਦੀਆਂ ਉਲੰਘਣਾਵਾਂ ਨੇ। BC ਫੈਰੀਜ਼ ਨੂੰ $6,74,445.92 ਜੁਰਮਾਨਾ ਹੋਇਆ ਹੈ। ਵੈਨਕੂਵਰ ਸਿਟੀ ਕੌਂਸਲ ਦੇ ਵੱਲੋਂ 6 ਪਲਾਜ਼ਾ ਜਿਹੜੇ ਨੇ ਉਹਨਾਂ ਲਈ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਉੱਥੇ ਬੈਠ ਕੇ ਲੋਕ ਹੁਣ ਸ਼ਰਾਬ ਪੀ ਸਕਦੇ ਨੇ। ਜੀ ਹਾਂ, ਇਹ ਮਨਜ਼ੂਰੀ ਦਿੱਤੀ ਗਈ ਹੈ ਔਰ ਖਾਸ ਤੌਰ ਦੇ ਉੱਤੇ ਇਸ ਦੇ ਪਿੱਛੇ ਹਵਾਲਾ ਦਿੱਤਾ ਗਿਆ ਹੈ ਕਿ ਜਿਹੜੇ ਲੋਕ ਜਿਨ੍ਹਾਂ ਦੇ ਘਰ ਕੋਈ ਬੈਕਯਾਰਡ ਨਹੀਂ ਹੈ, ਪ੍ਰਾਈਵੇਟ ਕੋਈ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਉਹ ਬੈਠ ਕੇ ਖੁੱਲ੍ਹੇ ਦੇ ਵਿੱਚ ਬੈਠ ਕੇ ਪੀ ਸਕਣ, ਉਹਨਾਂ ਲੋਕਾਂ ਦੇ ਲਈ ਇਹ ਖਾਸ ਤੌਰ ਦੇ ਉੱਤੇ ਖੁੱਲ੍ਹ ਦਿੱਤੀ ਗਈ ਹੈ। 6 ਪਲਾਜ਼ਾ ਜਿਨ੍ਹਾਂ ਦੇ ਰੂਟ ਵੀ ਨਾਲ ਦੱਸੇ ਗਏ ਨੇ ਕਿਹੜੇ ਹੋ ਸਕਦੇ ਨੇ ਜਿੱਥੇ ਬੈਠ ਕੇ ਪੀਣ ਦੇ ਸ਼ੌਕੀਨ ਆਪਣਾ ਸ਼ੌਕ ਪੂਰਾ ਕਰ ਸਕਦੇ ਨੇ। ਜਾਣਕਾਰੀ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ 6 ਪਲਾਜ਼ਿਆਂ ਵਿੱਚ ਜਨਤਕ ਸ਼ਰਾਬ ਪੀਣ ਨੂੰ ਸਥਾਈ ਪ੍ਰੋਗਰਾਮ ਦੇ ਵਜੋਂ ਮਨਜ਼ੂਰ ਕਰ ਦਿੱਤਾ ਗਿਆ ਹੈ। 15 ਜੂਨ ਤੋਂ 16 ਅਕਤੂਬਰ ਤੱਕ ਸ਼ਰਾਬ ਪੀਣ ਦੀ ਇਜਾਜ਼ਤ ਜਿੱਥੇ ਹੋਵੇਗੀ ਉਹਨਾਂ ਦੇ ਵਿੱਚ ਕੈਂਬੇ ਸਟਰੀਟ ਐਂਡ 17th ਐਵੇਨਿਊ ਹੈ, ਗ੍ਰੈਨਵਿਲ ਸਟਰੀਟ ਤੇ 13th ਐਵੇਨਿਊ ਹੈ, ਗ੍ਰੈਨਵਿਲ ਸਟਰੀਟ ਐਂਡ 14th ਐਵੇਨਿਊ ਹੈ ਤੇ ਮੇਪਲ ਸਟਰੀਟ ਐਂਡ 4th ਐਵੇਨਿਊ ਹੈ। ਮੇਨ ਸਟਰੀਟ ਐਂਡ 21 ਜਿਹੜਾ ਐਵੇਨਿਊ ਹੈ ਔਰ ਲੋਟ 19 855W ਹੈਸਟਿੰਗ ਸਟਰੀਟਸ ਹੈ। ਸੋ ਇਹ ਰੂਟ ਨੇ ਜਿੱਥੇ ਬਹਿ ਕੇ ਖੁੱਲ੍ਹੇ ਦੇ ਵਿੱਚ ਲੋਕ ਦਾਰੂ ਪੀ ਸਕਦੇ ਨੇ। ਸ਼ਹਿਰ ਦੇ ਅਨੁਸਾਰ ਪਲਾਜ਼ਾ ਸਵੇਰੇ 11 ਵਜੇ ਤੋਂ 9 ਵਜੇ ਤੱਕ ਚੱਲਣਗੇ। ਮੇਅਰ ਕੈਨੇਡੀ ਸਟੀਵਰਟ ਨੇ ਕਿਹਾ ਹੈ ਕਿ ਉਹਨਾਂ ਵਰਗੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਨ੍ਹਾਂ ਕੋਲ ਬੈਕਯਾਰਡ ਤੇ ਪ੍ਰਾਈਵੇਟ ਆਊਟਡੋਰ ਤੱਕ ਪਹੁੰਚ ਨਹੀਂ ਹੈ ਤੇ ਇਹ ਪਲਾਜ਼ਾ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਨਾਲ ਜੁੜਨ ਤੇ ਬਾਹਰ ਪੀਣ ਦਾ ਆਨੰਦ ਲੈਣ ਦਾ ਮੌਕਾ ਦਿੰਦੇ ਹੈ। ਪਿਛਲੇ 2 ਗਰਮੀਆਂ ਤੋਂ ਵੈਨਕੂਵਰਿਸਟ ਇੱਕ ਪਾਇਲਟ ਪ੍ਰੋਗਰਾਮ ਦੇ ਹਿੱਸੇ ਵਜੋਂ ਮਨੋਨੀਤ ਪਲਾਜ਼ਾ ਵਿੱਚ ਸ਼ਰਾਬ ਦਾ ਆਨੰਦ ਲੈਣ ਦੇ ਯੋਗ ਸਨ। ਇਸੇ ਤਰ੍ਹਾਂ ਅਲਕੋਹਲ ਇਨ ਪਾਰਕਸ ਪਾਇਲਟ ਪ੍ਰੋਗਰਾਮ ਅਜੇ ਵੀ 22 ਵੱਖ-ਵੱਖ ਪਾਰਕਾਂ ਦੇ ਵਿੱਚ ਹਫ਼ਤੇ ਦੇ 7 ਦਿਨ ਸਵੇਰੇ 11 ਵਜੇ ਤੋਂ 9 ਵਜੇ ਤੱਕ ਚੱਲ ਰਿਹਾ ਹੈ। ਸਿਟੀ ਨੇ ਕਾਰੋਬਾਰਾਂ ਦਾ ਸਮਰਥਨ ਕਰਨ ਦੇ ਤਰੀਕੇ ਵਜੋਂ ਮਹਾਮਾਰੀ ਦੇ ਜਵਾਬ ਦੇ ਵਿੱਚ ਜਨਤਕ ਪੀਣ ਵਾਲੇ ਪ੍ਰੋਗਰਾਮਾਂ ਨੂੰ
ਲਾਗੂ ਕੀਤਾ ਤੇ ਸਿਹਤ ਸੰਕਟ ਦੀ ਸ਼ੁਰੂਆਤ ਦੇ ਵਿੱਚ ਬਾਹਰ ਜਾਣ ਲਈ ਸਿਹਤ ਵਿਕਲਪਾਂ ਨੂੰ ਵਧਾਇਆ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਵੱਲੋਂ ਯਾਤਰੀਆਂ ਦੇ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ। ਜਿਨ੍ਹਾਂ ਨੇ ਯਾਤਰਾ ਕਰਨੀ ਹੈ, ਕੈਨੇਡਾ ਆਣਾ ਜਾਂ ਕੈਨੇਡਾ ਤੋਂ ਜਾਣਾ ਹੈ, ਉਹਨਾਂ ਨੂੰ ਸਾਵਧਾਨ ਰਹਿਣ ਦੀ ਤਾਕੀਦ ਕੀਤੀ ਗਈ ਹੈ। ਉਹ ਆਪਣਾ ਖਾਸ ਤੌਰ ਦੇ ਉੱਤੇ ਖਿਆਲ ਰੱਖਣ ਤੇ ਇਸ ਤਰੀਕੇ ਨਾਲ ਵੱਖ-ਵੱਖ ਰਹਿਣ ਤਾਂ ਕਿ ਮੰਕੀ ਪੌਕਸ ਦੇ ਕੇਸ ਜਿਹੜੇ ਨੇ ਉਹ ਨਾ ਆ ਸਕਣ, ਉਹਨਾਂ ਤੇ ਕਿਸੇ ਤਰੀਕੇ ਨਾਲ ਰੋਕ ਲਗਾਈ ਜਾ ਸਕੇ। ਐਡਵਾਈਜ਼ਰੀ ਇਸ ਸੰਬੰਧੀ ਵੀ ਜਾਰੀ ਕੀਤੀ ਗਈ ਹੈ। ਇਸ ਐਡਵਾਈਜ਼ਰੀ ਦੇ ਮੁਤਾਬਕ ਸਰਕਾਰ ਨੇ ਦੇਸ਼ ਤੋਂ ਬਾਹਰ ਯਾਤਰਾ ਕਰਨ ਵਾਲੇ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣ ਲਈ ਉਤਸ਼ਾਹਿਤ ਕਰਨ ਲਈ ਲੈਵਲ 2 ਟਰੈਵਲ ਹੈਲਥ ਨੋਟਿਸ ਜਾਰੀ ਕੀਤਾ ਹੈ। ਏਜੰਸੀ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਜਿਹੜੇ ਲੋਕ ਦੇਸ਼ ਛੱਡ ਕੇ ਚਲੇ ਜਾਂਦੇ ਨੇ, ਜੇਕਰ ਉਹ ਬਿਮਾਰ ਨੇ, ਘਰ ਵਾਪਸ ਆਉਣ ਦੇ ਵਿੱਚ ਉਹਨਾਂ ਨੂੰ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਉਹਨਾਂ ਕੋਲ ਢੁਕਵੀਂ ਦੇਖਭਾਲ ਤੱਕ ਸੀਮਿਤ ਪਹੁੰਚ ਹੋ ਸਕਦੀ ਹੈ। ਪੱਛਮੀ ਤੇ ਮੱਧ ਅਫਰੀਕਾ ਤੋਂ ਬਾਹਰ ਮੰਕੀ ਪੌਕਸ ਦੇ ਪ੍ਰਕੋਪ ਨੂੰ ਦੇਖਣਾ ਬਹੁਤ ਹੀ ਘੱਟ ਹੈ, ਪਰ ਹਾਲ ਹੀ ਦੇ ਹਫ਼ਤਿਆਂ ਵਿੱਚ ਦੁਨੀਆ ਭਰ ਦੇ ਦੇਸ਼ਾਂ ਵਿੱਚ ਕੇਸ ਸਾਹਮਣੇ ਆਏ ਨੇ। ਕੈਨੇਡਾ ਦੇ ਵਿੱਚ ਸ਼ੁੱਕਰਵਾਰ ਤੱਕ 77 ਪੁਸ਼ਟੀ ਕੀਤੇ ਗਏ ਕੇਸ ਮਿਲੇ ਨੇ। ਸਰਕਾਰ ਦਾ ਯਾਤਰਾ ਨੋਟਿਸ ਯੂਨਾਈਟਿਡ ਕਿੰਗਡਮ, ਸਪੇਨ ਤੇ ਜਰਮਨੀ ਸਮੇਤ ਕਈ ਦੇਸ਼ਾਂ ਤੇ ਲਾਗੂ ਹੁੰਦਾ ਹੈ। 7 ਜੂਨ ਤੱਕ ਕੈਨੇਡਾ ਦੇ ਵਿੱਚ ਮੰਕੀ ਪੌਕਸ ਦੇ 81 ਪੁਸ਼ਟੀ ਕੀਤੇ ਕੇਸ ਨੇ। 71 ਕੇਸ ਕਿਊਬੈਕ ਦੇ ਵਿੱਚ, 8 ਕੇਸ ਓਨਟਾਰੀਓ ਅਤੇ 1 ਕੇਸ ਐਲਬਰਟਾ ਤੇ BC ਦੋਵਾਂ ਵਿੱਚ ਹੈ। ਜਿੱਥੇ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇਹ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਡਮਿੰਟਨ ਸ਼ਹਿਰ ਤੋਂ ਦੋਸਤੋ ਇੱਕ ਖਬਰ ਲੈ ਕੇ ਹਾਜ਼ਰ ਹੋ ਰਿਹਾ। ਤੁਹਾਨੂੰ ਪਤਾ ਕਿ ਸਾਡੇ ਇੱਥੇ ਜਦੋਂ ਦਾ ਜੇਸਨ ਕੈਨੀ ਹੋਰਾਂ ਨੇ ਅਨਾਊਂਸ ਕੀਤਾ ਵੀ ਉਹਨਾਂ ਨੇ ਲੀਡਰ ਤੋਂ ਪਾਸੇ ਹਟ ਜਾਣਾ UCP ਦੀ ਲੀਡਰਸ਼ਿਪ ਤੋਂ, ਉਦੋਂ ਬਾਅਦ ਹੁਣ ਵੱਖਰੇ ਜਿਹੜੇ ਕੈਂਡੀਡੇਟ ਹੈਗੇ ਆ ਜੀ ਉਹ ਆਪਣੇ ਨਾਂ ਦੇ ਰਹੇ ਨੇ ਲੀਡਰਸ਼ਿਪ ਵਾਸਤੇ। ਅਤੇ ਉਹ ਮਤਲਬ 5 ਵਿਅਕਤੀ ਪਹਿਲਾਂ ਹੋਏ ਆ ਜੀ, ਅਤੇ ਹੁਣ 6ਵਾਂ ਨਾਂ ਜਿਹੜਾ ਉਹ ਵੀ ਇੱਕ ਆ ਗਿਆ ਹੈ। ਉਹ ਹੈ ਲੀਲਾ ਅਹੀਰ ਦਾ। ਜਿਹੜੇ ਪਹਿਲਾਂ ਜਦੋਂ 2019 ਦੇ ਵਿੱਚ ਜੇਸਨ ਕੈਨੀ ਹੋਰਾਂ ਨੇ ਵਾਗਡੋਰ ਸੰਭਾਲੀ ਆ ਤਾਂ ਇਹਨਾਂ ਨੂੰ ਇੱਕ ਮਿਨਿਸਟਰੀ ਦਿੱਤੀ ਗਈ ਸੀਗੀ ਕਲਚਰ ਐਂਡ ਮਲਟੀਕਲਚਰਲਿਜ਼ਮ ਤੇ ਨਾਲ ਦੀ ਨਾਲ ਸਟੇਟਸ ਆਫ ਵੂਮਨ ਦੇ, ਉਹ ਮੰਤਰਾਲਾ ਇਹਨਾਂ ਨੂੰ ਦਿੱਤਾ ਗਿਆ ਸੀਗਾ। ਪਰ ਜਦੋਂ COVID-19 ਕਰਕੇ ਕੁਝ ਤਸਵੀਰਾਂ ਜੇਸਨ ਕੈਨੀ ਹੋਰਾਂ ਦੀਆਂ ਉਹਨਾਂ ਦੇ ਮੰਤਰੀਆਂ ਦੇ ਨਾਲ ਬਾਹਰ ਮਤਲਬ ਡਿਨਰ ਕਰਦਿਆਂ ਦੀਆਂ ਹੋ ਗਈਆਂ ਸੀਗੀਆਂ ਜੀ ਪ੍ਰਕਾਸ਼ਿਤ, ਅਤੇ ਉਦੋਂ ਲੀਲਾ ਹੀਰ ਉਹਨਾਂ ਨੇ ਕਿਹਾ ਸੀਗਾ ਜੇਸਨ ਕੈਨੀ ਹੋਰਾਂ ਨੂੰ ਕ੍ਰਿਟੀਸਾਈਜ਼ ਕੀਤਾ ਸੀ, ਔਰ ਨਾਲ ਦੀ ਨਾਲ ਉਹਨਾਂ ਕਿਹਾ ਸੀ ਵੀ ਤੁਸੀਂ ਲੋਕਾਂ ਕੋਲੋਂ ਅਪੋਲੋਜੀ ਮੰਗੋ ਇਸ ਗੱਲ ਲਈ ਕਿ ਜਦੋਂ ਤੁਸੀਂ ਲੋਕਾਂ ਨੂੰ ਕਹਿ ਰਹੇ ਆ ਵੀ ਬੰਦਿਸ਼ਾਂ ਲੱਗੀਆਂ ਹੋਈਆਂ ਨੇ ਔਰ ਤੁਸੀਂ ਬਾਹਰ ਇਸ ਤਰ੍ਹਾਂ ਜਿਹੜਾ ਡਿਨਰ ਕਰ ਰਹੇ ਆਪਣੇ ਮੰਤਰੀਆਂ ਦੇ ਨਾਲ, ਜਦੋਂ ਤੁਹਾਡੇ ਕਿਸੇ ਦੇ ਮਾਸਕ ਵਗੈਰਾ ਨਹੀਂ ਲੱਗੇ ਹੋਏ ਔਰ ਇਕੱਠੇ ਹੋਏ ਆ, ਇਹ ਇੱਦਾਂ ਦੀਆਂ ਗੱਲਾਂ 'ਤੇ ਉਹਨਾਂ ਕ੍ਰਿਟੀਸਾਈਜ਼ ਕੀਤਾ ਸੀਗਾ। ਅਤੇ ਜੇਸਨ ਕੈਨੀ ਹੋਰਾਂ ਨੇ ਉਸ ਕ੍ਰਿਟੀਸਿਜ਼ਮ ਨੂੰ ਮਤਲਬ ਦੇਖਦਿਆਂ ਹੋਇਆਂ ਲੀਲਾ ਹੀਰ ਹੋਰਾਂ ਦੀ ਜਿਹੜੀ ਮੰਤਰੀ ਪਦ ਸੀ ਜੀ ਉਹ ਤੋਂ ਉਹਨਾਂ ਨੂੰ ਪਾਸੇ ਕਰ ਦਿੱਤਾ ਗਿਆ ਸੀ। ਹਾਲਾਂਕਿ ਜੇਸਨ ਕੈਨੀ ਹੋਰਾਂ ਇਹ ਗੱਲ ਕਦੇ ਵੀ ਨਹੀਂ ਮੰਨੀ ਵੀ ਇਹਨਾਂ ਨੇ ਉਹ ਕ੍ਰਿਟੀਸਿਜ਼ਮ ਕਰਕੇ ਕੀਤਾ ਹੈ, ਪਰ ਉਹ ਜਿਹੜਾ ਮੰਤਰਾਲਿਆ ਸੀ ਜੀ ਉਹਦੀ ਵੀ ਤੋੜ ਭੰਨ ਕਰਕੇ ਕਈ ਹੋਰ ਬੰਦਿਆਂ ਦੇ ਵਿੱਚ ਉਹਨੂੰ ਵੰਡ ਦਿੱਤਾ ਗਿਆ ਸੀਗਾ ਅਤੇ ਲੀਲਾ ਹੀਰ ਨੂੰ ਪਾਸੇ ਕਰ ਦਿੱਤਾ ਗਿਆ ਸੀ। ਅਤੇ ਉਹ ਇੰਡੀਪੈਂਡੈਂਟ ਐਜ਼ ਏ UCP ਦੇ ਮੈਂਬਰ ਤਾਂ ਉਹ ਰਹੀ ਆ ਜ਼ਰੂਰ, ਪਰ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਪਾਰਟੀ 'ਚੋਂ ਇਸ ਤਰ੍ਹਾਂ ਗੱਲਬਾਤ ਹੋਵੇ ਤਾਂ ਉਹ ਬੁੱਕਤ ਨਹੀਂ ਰਹਿੰਦੀ। ਪਰ ਹੁਣ ਲੀਲਾ ਹੀਰ ਨੇ ਵੀ ਆਪਣਾ ਨਾਂ ਜਿਹੜਾ ਆ ਉਹ ਲੀਡਰ ਬਣਨ ਲਈ ਸ਼ਾਮਲ ਕਰ ਦਿੱਤਾ। ਉਹਨਾਂ ਦਾ ਕਹਿਣਾ ਕਿ ਸਾਨੂੰ ਅਲਬਰਟਨਸ ਦਾ ਜਿਹੜਾ ਆ ਉਹਨਾਂ ਦੇ ਨਾਲ ਮੁੜ ਕੇ ਟਰਸਟ ਬਣਾਉਣ ਦੀ ਲੋੜ ਆ, ਕਿਉਂਕਿ ਜਿਹੜੀਆਂ ਸਾਡੇ ਕੋਲੋਂ ਗਲਤੀਆਂ ਹੋਈਆਂ ਉਹਨਾਂ ਨੂੰ ਸਾਨੂੰ ਮੰਨਣਾ ਚਾਹੀਦਾ ਆ ਓਨੈਸਟਲੀ ਵੀ ਹਾਂ ਸਾਤੋਂ ਆਹ ਮਿਸਟੇਕਸ ਹੋਈਆਂ, ਔਰ ਉਹ ਕਹਿੰਦੀ ਬਹੁਤ ਸਾਰੀਆਂ ਮਿਸਟੇਕਸ ਹੋਈਆਂ, ਕੋਈ ਇੱਕ ਨਹੀਂ। ਸੋ ਲੋਕਾਂ ਦਾ ਟਰਸਟ ਵਿਨ ਕਰਨ ਲਈ ਉਹ ਕਹਿੰਦੇ ਵੀ ਮੈਂ ਇਹ ਆਪਣਾ ਜਿਹੜਾ ਨਾਂ ਆ ਲੀਡਰਸ਼ਿਪ ਦੇ ਵਿੱਚ ਲਿਆ ਰਹੀ ਹਾਂ। ਦੋਸਤੋ ਅੱਗੇ ਵੀ ਤੁਹਾਨੂੰ ਪਤਾ ਵਾਈਲਡ ਰੋਜ਼ ਦੇ ਜਿਵੇਂ ਬ੍ਰਾਇਨ ਜੀਨ ਹੋਰੀ ਆ ਔਰ ਡੈਨੀਅਲ ਸਮਿਥ ਆ, ਉਹ ਵੀ ਲੀਡਰਸ਼ਿਪ ਵਿੱਚ ਨੇ। ਹੁਣ ਲੀਲਾ ਅਹੀਰ ਵੀ ਆ ਰਹੀ ਆ। ਫਾਈਨਾਂਸ ਮਿਨਿਸਟਰ ਜਿਹੜੇ ਨੇ ਉਹਨਾਂ ਨੇ ਵੀ ਆਪਣਾ ਪਦ ਛੱਡ ਕੇ ਅਤੇ ਉਹ ਵੀ ਲੀਡਰਸ਼ਿਪ ਰੇਸ ਵਿੱਚ ਨੇ। ਟਰੈਵਿਸ ਟੇਜ ਹੋਰੀ ਔਰ ਇਸੇ ਤਰ੍ਹਾਂ ਇੱਕ ਛੋਟੇ ਟਾਊਨ ਦਾ ਮੇਅਰ ਵੀ ਹੈਗਾ ਜੀ, ਉਹਨੇ ਵੀ ਆਪਣਾ ਨਾਂ ਜਿਹੜਾ ਦਿੱਤਾ ਹੈ। ਅਤੇ ਇੱਕ ਸਾਬਕਾ UCP ਦਾ ਮੈਂਬਰ ਜਿਹਨੂੰ ਕੱਢ ਦਿੱਤਾ ਗਿਆ ਸੀ ਪਾਰਟੀ ਵਿੱਚੋਂ ਹੀ, ਉਹ ਇੰਡੀਪੈਂਡੈਂਟ ਦੇ ਤੌਰ 'ਤੇ MLA, ਉਹਨਾਂ ਨੇ ਵੀ ਆਪਣਾ ਨਾਂ ਜਿਹੜਾ ਇਹਦੇ 'ਚ ਦਿੱਤਾ ਹੋਇਆ ਹੈ। ਸੋ ਦੇਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕੌਣ ਬਾਜੀ ਮਾਰਦਾ ਜੀ। ਔਰ ਦੂਸਰੀ ਗੱਲ ਇਹ ਸੀਗੀ ਵੀ ਜਿਹੜੀ ਜੀ ਕੱਲ੍ਹ ਮੈਚ ਹੋਇਆ ਸਟੈਨਲੇ ਕੱਪ ਦਾ ਜਿਹੜਾ ਵੈਸਟਰਨ ਕਾਨਫਰੰਸ ਦਾ ਮੈਚ ਸੀਗਾ, ਉਹਦੇ ਵਿੱਚ ਐਡਮਿੰਟਨ ਆਇਲਰਸ ਜਿਹੜੇ ਨੇ
ਉਹ ਕੱਲ ਮੈਚ ਹਾਰ ਗਏ ਜੀ। ਸੋ ਮੈਚ ਵੀ ਹਾਰ ਗਏ ਔਰ ਸੀਰੀਜ਼ ਵੀ ਜਾਂਦੀਆਂ ਲੱਗੀਆਂ। ਮੈਚ ਬੜਾ ਵਧੀਆ ਸੀਗਾ, ਪਰ 16 ਸਾਲਾਂ ਤੋਂ ਬਾਅਦ ਜੀ ਇੱਥੋਂ ਤੱਕ ਪਹੁੰਚੇ ਨੇ ਆਇਲਰਸ, ਫਿਰ ਵੀ ਬਹੁਤ ਵਧੀਆ। ਸੋ ਅਗਲੇ ਸਾਲ ਤੇ ਹੁਣ ਗੱਲ ਜਾ ਪਈ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।